ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਆਨੰਦਪ੍ਰੀਤ ਸਿੰਘ। ਪਿਛਲੇ 1.5 ਸਾਲ ਤੋਂ ਆਪਾਂ ਦੇਖਦੇ ਹਾਂ, ਕਦੇ ਪਾਬੰਦੀਆਂ ਲੱਗ ਗਈਆਂ, ਕਦੇ ਪਾਬੰਦੀਆਂ ਖੁੱਲ ਗਈਆਂ, ਕਦੇ ਢਿੱਲ ਮਿਲਣੀ ਸ਼ੁਰੂ ਹੋ ਗਈ। ਜਿਨ੍ਹਾਂ ਨੇ ਬਾਹਰ ਜਾਣਾ ਉਹਨਾਂ ਵਾਸਤੇ ਇਹ ਸ਼ਸ਼ੋਪੰਜ ਹੈ ਕਿ ਇਸ ਵੇਲੇ ਰੂਲਸ ਕੀ ਨੇ। ਜਿਨ੍ਹਾਂ ਨੇ ਇਸ ਵੇਲੇ ਵਿਜ਼ਿਟਰ ਜਾਣਾ ਹੈਗਾ, ਉੱਥੇ ਰਹਿੰਦੇ ਨੇ ਜਾਂ ਵਿਜ਼ਿਟਰ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਨੇ, ਉਹਨਾਂ ਵਾਸਤੇ ਰੂਲ ਐਂਡ ਰੈਗੂਲੇਸ਼ਨ ਥੋੜ੍ਹੇ ਜਿਹੇ ਕੈਨੇਡਾ ਨੇ ਚੇਂਜ ਕੀਤੇ ਨੇ ਜਾਂ ਕੀ ਉਹ ਰੂਲ ਨੇ, ਕੀ ਉਹ ਢਿੱਲ ਦਿੱਤੀ ਹੈ, ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਨਾਲ WWICS ਤੋਂ ਵਾਈਸ ਪ੍ਰੈਜ਼ੀਡੈਂਟ ਨੇ ਦੀਪਕ ਨੋਰੀਆ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਇਸ ਮਸਲੇ ਬਾਰੇ ਪੂਰੀ ਜਾਣਕਾਰੀ ਲੈਂਦੇ ਹਾਂ। ਸਰ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਆਲ ਵੈਲ। ਸਰ ਕੈਨੇਡਾ ਜਾਣਾ ਚਾਹੁੰਦੇ ਨੇ ਬਹੁਤ ਸਾਰੇ ਲੋਕ, 1.5 ਸਾਲ ਹੋ ਗਏ ਬੈਠੇ ਸੀ ਘਰਾਂ ਦੇ ਵਿੱਚ, ਕਈਆਂ ਨੂੰ ਟਾਈਮ ਨਹੀਂ ਲੱਗਿਆ ਜਾਂ ਫਿਰ ਹੁਣ ਵਿਜ਼ਿਟਰ ਵੀਜ਼ਾ ਕਹਿ ਰਹੇ ਨੇ, ਥੋੜੀ ਬਹੁਤ ਕੈਨੇਡਾ ਢਿੱਲ ਦੇ ਰਿਹਾ। ਜਿਹੜੀ ਇਹ ਢਿੱਲ ਦਈ ਹੈ, ਇਸ ਦਾ ਲੋਕਾਂ ਨੂੰ ਫਾਇਦਾ ਕੀ ਹੋਊਗਾ, ਇਹਦਾ ਬੈਨੀਫਿਟ ਕੀ ਹੈ? ਕਾਫੀ ਦੇਰ ਤੋਂ ਤਕਰੀਬਨ ਪਿਛਲੇ 4 ਮਹੀਨਿਆਂ ਤੋਂ ਫਲਾਈਟਸ ਬੰਦ ਸੀਗੀਆਂ ਕੈਨੇਡਾ ਦੀਆਂ, ਡਾਇਰੈਕਟ ਫਲਾਈਟਸ। ਜੀ। ਜਿਹੜੇ ਲੋਕ ਜਾ ਵੀ ਰਹੇ ਸੀਗੇ ਉਹ ਵਾਇਆ ਥਰਡ ਕੰਟਰੀ, ਕੋਈ ਮਸਕਟ ਤੋਂ ਜਾ ਰਿਹਾ ਹੈ, ਕੋਈ ਅਬੂ ਧਾਬੀ ਤੋਂ ਜਾ ਰਿਹਾ ਹੈ, ਬਿਲਕੁਲ ਸਹੀ, ਮੈਕਸੀਕੋ ਤੋਂ ਜਾ ਰਹੇ ਹੈ, 3 ਲੱਖ ਰੁਪਏ ਖਰਚ ਰਿਹਾ, ਕੋਈ 2.5 ਲੱਖ ਖਰਚ ਰਿਹਾ। ਸੋ ਖਰਚਾ ਵੀ ਵਧਿਆ ਹੋਇਆ ਸੀਗਾ ਔਰ ਜਾਣ ਨੂੰ ਕਿਸੇ ਨੂੰ 5 ਦਿਨ ਲੱਗ ਰਹੇ ਸੀ, ਕਿਸੇ ਨੂੰ 14 ਦਿਨ ਲੱਗ ਰਹੇ ਸੀਗੇ ਵਾਇਆ ਘੁੰਮ ਕੇ। ਕਿਉਂਕਿ ਇੰਡੀਆ ਤੋਂ ਜਿਹੜੀ ਰਿਪੋਰਟ ਸੀਗੀ ਕੋਵਿਡ ਟੈਸਟਿੰਗ ਦੀ, ਇਟ ਵਾਸ ਨਾਟ ਅਸੈਪਟੇਬਲ। ਉਸ ਵਜ੍ਹਾ ਦੇ ਨਾਲ ਡਾਇਰੈਕਟ ਫਲਾਈਟਸ ਇੰਡੀਆ ਤੋਂ ਬੈਨ ਸੀਗੀਆਂ ਬਿਲਕੁਲ ਹੀ। तो थर्ड कंट्री ਦਾ रूट ਕੀਤਾ ਹੋਇਆ ਸੀਗਾ ਕੁਝ ਏਜੰਟਸ ਨੇ, ਕੁਝ ਲੋਕਾਂ ਨੇ, ਬਹੁਤ ਘੱਟ ਲੋਕ ਹਾਲਾਂਕਿ ਗਏ ਹੈ, ਬਟ ਵਿਦ ਇਫੈਕਟ ਫਰਮ 7th of September ਇਹ ਬੈਨ ਉਹਨਾਂ ਨੇ ਕੰਪਲੀਟਲੀ ਲਿਫਟ ਕਰਤਾ ਹੈ। ਹੁਣ ਡਾਇਰੈਕਟ ਫਲਾਈਟਸ ਸਟਾਰਟ ਹੋ ਗਈਆਂ ਫਰਮ ਕੈਨੇਡਾ ਟੂ ਇੰਡੀਆ ਐਂਡ ਇੰਡੀਆ ਟੂ ਕੈਨੇਡਾ। ਇਹਦੇ ਨਾਲ ਜਿਹੜੇ ਲੋਕ ਰੁਕੇ ਹੋਏ ਸੀਗੇ ਉੱਥੇ ਟੂਰਿਜ਼ਮ ਦੇ ਲਈ, ਪ੍ਰਾਇਮਰੀਲੀ ਆਪਾਂ ਗੱਲ ਕਰੀਏ ਤਾਂ ਬਿਜ਼ਨਸ ਵਿਜ਼ਿਟ ਦੇ ਲਈ ਜਾਂ ਆਪਣੀ ਫੈਮਿਲੀ ਨੂੰ ਮਿਲਣ ਦੇ ਲਈ, ਕੋਈ ਹੋਰ ਪਰਪਸ ਦੇ ਲਈ, ਜਿਹੜੇ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਨਾ ਹੋ ਕੇ ਇੱਕ ਗੈਰ ਜ਼ਰੂਰੀ ਵਜ੍ਹਾ ਦੇ ਨਾਲ ਜਿਹੜੇ ਲੋਕ ਕੈਨੇਡਾ ਜਾਣਾ ਚਾਹੁੰਦੇ ਸੀਗੇ, ਹੁਣ ਉਹ ਸਾਰੇ ਜਾ ਸਕਦੇ ਨੇ। ਬਹੁਤ ਵਧੀਆ। ਤਾਂ ਸਰ ਜਿੱਦਾਂ ਆਪਾਂ ਦੇਖਦੇ ਸੀ, ਹੁਣ ਤੁਸੀਂ ਗੱਲਬਾਤ ਕੀਤੀ ਕਿ ਇੱਧਰੋਂ ਘੁੰਮ ਕਦੇ ਉੱਧਰੋਂ ਜਾ, ਮਤਲਬ ਪੈਸੇ ਵੀ ਬਹੁਤ ਸਾਰਾ ਲੱਗਦਾ ਸੀ ਤੇ ਬੰਦੇ ਨੂੰ ਲੱਗਦਾ ਸੀ ਵੀ ਯਾਰ ਕਿੰਨੇ ਦਿਨਾਂ 'ਚ ਘੁੰਮ ਕੇ ਜਾਵਾਂਗੇ। ਤੁਹਾਨੂੰ ਲੱਗਦਾ ਕਿ ਇਹਦੇ ਨਾਲ ਬਹੁਤ ਬੈਨੀਫਿਟ ਹੋ ਗਿਆ ਉਹਨਾਂ ਲੋਕਾਂ ਵਾਸਤੇ? ਡੈਫੀਨੇਟਲੀ ਇਹ ਤਾਂ ਲੋਕ ਵੇਟ ਕਰ ਰਹੇ ਸੀਗੇ। ਇੰਨੇ ਜ਼ਿਆਦਾ ਪੈਸਾ ਖਰਚ ਕਰਨ ਨਾਲੋਂ, ਇੰਨਾ ਟਾਈਮ ਬਰਬਾਦ ਕਰਨ ਨਾਲੋਂ ਜੇ ਡਾਇਰੈਕਟ ਫਲਾਈਟ ਦੀ ਆਪਸ਼ਨ ਮਿਲਦੀ ਹੋਵੇ, ਇੱਕ ਤਾਂ ਸਮੇਂ ਦੀ ਬਚਤ, ਪੈਸੇ ਦੀ ਬਚਤ, ਤੇ ਉਨੇ ਪੈਸੇ ਤੁਸੀਂ ਇਕੱਲੇ ਜਾਣ ਦੇ ਬਜਾਏ 4 ਲੋਕ ਜਾ ਸਕਦੇ ਆਪਣੀ ਫੈਮਿਲੀ ਦੇ। ਉੱਥੇ ਵੀ ਰਿਸ਼ਤੇਦਾਰ ਬੁਲਾ ਰਹੇ ਕਿ ਸਾਨੂੰ ਮਿਲ ਕੇ ਨਹੀਂ ਗਏ, ਕਿਸ ਦੀ ਕੋਈ ਵਾਈਫ ਉੱਥੇ ਕੰਮ ਕਰ ਰਿਹਾ, ਕਿਸ ਦਾ ਹਸਬੈਂਡ ਕੰਮ ਕਰ ਰਿਹਾ, ਫੈਮਲੀਜ਼ ਇੰਨੀ ਦੇਰ ਤੋਂ ਡਿਊ ਟੂ ਕੋਵਿਡ, ਸਭ ਨੂੰ ਪਤਾ ਸਿਚੁਏਸ਼ਨ ਏਦਾਂ ਦੀ ਰਹੀ ਹੈ, ਫਲਾਈਟਸ ਬੰਦ ਸੀਗੀਆਂ, ਗਵਰਨਮੈਂਟ ਦੀਆਂ ਇੰਨੀਆਂ ਕੁ ਪਬਲਿਕ ਹੈਲਥ ਨੂੰ ਲੈ ਕੇ ਰਿਸਟ੍ਰਿਕਸ਼ਨਸ ਆ ਗਈਆਂ ਸੀਗੀਆਂ ਬਿਕੋਜ਼ ਆਫ ਕੈਨੇਡੀਅਨ ਸਿਟੀਜ਼ਨਸ। ਉਹ ਨਹੀਂ ਚਾਹੁੰਦੇ ਸੀਗੇ ਕਿ ਇੰਡੀਆ ਤੋਂ ਜਾਂ ਬਾਹਰਲੇ ਮੁਲਕਾਂ ਤੋਂ ਆ ਕੇ ਲੋਕ ਕੋਵਿਡ ਨੂੰ ਸਪਰੈਡ ਆਊਟ ਕਰਨ, ਤਾਂ ਉਹਨਾਂ ਨੇ ਬਾਰਡਰ ਸਿਕਿਉਰਿਟੀ ਮੈਜਰਸ ਕਾਫੀ ਸਖਤੀ ਨਾਲ ਇੰਪਲੀਮੈਂਟ ਕੀਤੇ, ਜਿਹਦੀ ਵਜ੍ਹਾ ਦੇ ਨਾਲ ਇਹ ਰਿਸਟ੍ਰਿਕਸ਼ਨਸ ਇੰਪਲੀਮੈਂਟ ਕੀਤੀਆਂ ਗਈਆਂ ਸੀਗੀਆਂ। ਹੁਣ ਗ੍ਰੈਜੂਅਲੀ ਜਿੱਦਾਂ ਕੋਵਿਡ ਕਾਬੂ ਆਉਂਦਾ ਜਾ ਰਿਹਾ ਹੈ, ਉਦਾਂ ਇਸ ਰਿਲੈਕਸੇਸ਼ਨਸ ਦਿੰਦੇ ਜਾ ਰਹੇ ਹੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕੈਨੇਡਾ ਮੂਵ ਕਰਨ, ਉੱਥੇ ਕੰਮ ਲਈ ਜਾਂ ਉੱਥੇ ਵਿਜ਼ਿਟ ਦੇ ਲਈ, ਕਿਉਂਕਿ ਇਕਨੋਮੀ ਦਾ ਬਹੁਤ ਬੜਾ ਹਿੱਸਾ ਜਿਹੜਾ ਹੈਗਾ ਉਹ ਇਹ ਲੋਕ ਫੁਲਫਿਲ ਕਰਦੇ ਨੇ, ਉੱਥੇ ਜਾ ਕੇ ਖਰਚਾ ਕਰਦੇ ਨੇ, ਉੱਥੇ ਜਾ ਕੇ ਪੜ੍ਹਾਈ ਕਰਦੇ ਨੇ, ਉੱਥੇ ਜਾ ਕੇ ਕੰਮ ਕਰਦੇ ਨੇ। ਗਵਰਨਮੈਂਟ ਨੂੰ ਵੀ ਉਹਨਾਂ ਦੀ ਬਹੁਤ ਜ਼ਰੂਰਤ ਹੈ। ਤਾਂ ਸਰ ਇਸ ਵੇਲੇ ਜਿਹੜਾ ਵਿਜ਼ਿਟਰ ਵੀਜ਼ਾ ਤੇ ਜਾਣਾ ਚਾਹੁੰਦਾ ਹੈ, ਉਹਦੇ ਲਈ ਐਂਟਰੀ ਰੂਲ ਕੀ ਨੇ, ਸ਼ਰਤਾਂ ਕੀ ਰੱਖੀਆਂ ਨੇ ਕੈਨੇਡਾ ਨੇ? ਦੇਖੋ, ਬੇਸਿਕ ਸ਼ਰਤ ਅਪਾਰਟ ਫਰਮ ਐਲੀਜੀਬਿਲਿਟੀ ਉਹ ਆਪਾਂ ਅੱਗੇ ਡਿਸਕਸ ਕਰ ਲਾਂਗੇ, ਲੇਕਿਨ ਜਿਹੜੀ ਰਿਲੈਕਸੇਸ਼ਨ ਦਿੱਤੀ ਆ ਉਹ ਫੁੱਲੀ ਵੈਕਸੀਨੇਟਡ ਜਿਹੜੇ ਲੋਕ ਹੈਗੇ ਜਿਨ੍ਹਾਂ ਦੀ ਦੋਨੋਂ ਡੋਜ਼ਸ ਹੋ ਚੁੱਕੀਆਂ ਨੇ ਔਰ ਉਹਨਾਂ ਕੋਲ ਸਰਟੀਫਿਕੇਟ ਹੈ, ਵੈਲਿਡ ਵੈਕਸੀਨੇਸ਼ਨ ਦਾ ਸਰਟੀਫਿਕੇਟ ਹੈ। ਲਿਸਟ ਵੀ ਦਿੱਤੀ ਉਹਨਾਂ ਨੇ ਕਿਹੜੀ ਵੈਲਿਡ ਵੈਕਸੀਨੇਸ਼ਨਸ ਹੈ, ਜਿਹਦੇ ਵਿੱਚ ਐਸਟਰਾਜੈਨੇਕਾ ਦੀ ਕੋਵਿਸ਼ੀਲਡ ਹੋ ਗਈ, ਮੈਡਰਨਾ ਹੋ ਗਈ, ਜੌਨਸਨ ਐਂਡ ਜੌਨਸਨਸ ਦੀ ਵੈਕਸੀਨੇਸ਼ਨ ਹੈਗੀ ਹੈ। ਏਦਾਂ ਲਿਸਟ ਦਿੱਤੀ ਹੋਈ ਹੈ ਉਹਨਾਂ ਨੇ, ਔਰ ਇਹ ਵੀ ਦਿੱਤੀ ਹੋਈ ਹੈ ਵੀ ਕਿਹੜੀ ਵੈਲਿਡ ਅਸੈਪਟੈਂਟ ਵੈਕਸੀਨ ਨਹੀਂ ਹੈਗੀ। ਸੋ ਪਹਿਲੀ ਗੱਲ ਤਾਂ ਤੁਹਾਡੇ ਦੋਨੋਂ ਡੋਜ਼ਸ ਲੱਗੀਆਂ ਹੋਣ। ਦੂਸਰਾ ਹੈਗਾ ਤੁਹਾਡੇ ਕੋਲ ਇੱਕ ਵੈਲਿਡ ਪਰਮਿਟ ਇਸ਼ੂ ਹੋਇਆ ਹੋਵੇ, ਜਿਹਨੂੰ ਆਪਾਂ ਵਿਜ਼ਟਰ ਵੀਜ਼ਾ ਕਹਿੰਦੇ ਆ, ਤਾਂ ਤੁਸੀਂ ਟਰੈਵਲ ਕਰ ਸਕਦੇ ਆ। ਤੇ ਜੇ ਕਈਆਂ ਦੇ ਇੱਕ ਵੈਕਸੀਨ ਲੱਗੀ ਹੈ ਜਾਂ ਫਿਰ ਹਜੇ ਇੱਕ ਲਵਾਉਣੀ ਹੈ, ਇੱਕ ਲੱਗੀ ਹੋਈ ਹੈ, ਜਿਹੜੇ ਅੱਧ ਵਿਚਾਲੇ ਜਿਹੜੇ ਲਟਕੇ ਹੋਏ ਨੇ, ਉਹ ਕੀ ਕਰਨ ਫਿਰ? ਉਹ ਹਲੇ ਨਹੀਂ ਜਾ ਸਕਦੇ, ਉਹ ਆਪਣੀ ਵੈਕਸੀਨੇਸ਼ਨ ਪਹਿਲਾਂ ਪੂਰੀ ਕਰਨ, ਉਸ ਤੋਂ ਬਾਅਦ ਉਹ ਟਰੈਵਲ ਦਾ ਪਲਾਨ ਕਰਨ। ਇਹ ਉਹਨਾਂ ਵਾਸਤੇ ਮੈਨੂੰ ਲੱਗਦਾ ਕਿ ਅਜੇ ਘੜੀ ਹੈਗੀ ਹੋਰ ਇੰਤਜ਼ਾਰ ਦੀ। ਐਗਜ਼ੈਕਟਲੀ। ਦੇਖੋ, ਗਵਰਨਮੈਂਟ ਚਾਹੁੰਦੀ ਹੈ ਕਿ ਤੁਸੀਂ ਵੀ ਸੇਫ ਰਹੋ, ਉਹਨਾਂ ਦੇ ਜਿਹੜੇ ਸਿਟੀਜ਼ਨਸ ਨੇ, ਰੈਜ਼ੀਡੈਂਟਸ ਨੇ, ਈਵਨ ਫਲਾਈਟ ਦੇ ਵਿੱਚ ਆਪਾਂ 100 ਬੰਦਿਆਂ ਨੂੰ ਮਿਲ ਕੇ ਜਾਣਾ ਹੈਗਾ, ਸੋ ਸਪਰੈਡ ਨਾ ਹੋਵੇ ਕੋਵਿਡ, ਜਿਹੜਾ ਇੰਨੀ ਮੁਸ਼ਕਿਲ ਨਾਲ ਕਾਬੂ ਆਇਆ, ਕੰਟਰੋਲ ਆਇਆ। ਸੋ ਪ੍ਰਾਈਮ ਆਬਜੈਕਟਿਵ ਕਿਸ ਨੂੰ ਹਰਾਸ ਕਰਨਾ ਨਹੀਂ ਹੈ, ਲੋਕਾਂ ਦੀ ਹੈਲਥ ਨੂੰ ਪ੍ਰੋਪਰ ਰੱਖਣਾ, ਉਹਨੂੰ ਮੇਨਟੇਨ ਕਰਨਾ, ਇਹ ਉਹਨਾਂ ਦਾ ਮੇਨ ਆਬਜੈਕਟਿਵ ਹੈ। ਅੱਛਾ ਦੀਪਕ ਜੀ, ਇੱਕ ਨਵੀਂ ਗਾਈਡਲਾਈਨਸ ਕੀ ਨੇ? 7 ਸਤੰਬਰ ਤੋਂ ਬਾਅਦ ਕੈਨੇਡਾ ਗਵਰਨਮੈਂਟ ਨੇ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀਆਂ ਨੇ, ਉਹ ਕੀ ਗਾਈਡਲਾਈਨ ਕੀ ਕਹਿੰਦੀਆਂ ਕੀ ਨੇ?
ਗਾਈਡਲਾਈਨ ਉਹਨਾਂ ਨੇ ਇਸ਼ੂ ਕੀਤੀ ਹੈ। ਕਾਫੀ ਲੋਕਾਂ ਨੇ ਨਾ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ ਹੋਇਆ ਸੀਗਾ ਜਿਨ੍ਹਾਂ ਦੀ ਪ੍ਰੋਸੈਸਿੰਗ ਚੱਲ ਰਹੀ ਸੀਗੀ। ਅੱਛਾ ਜੀ। ਔਰ ਉਹ ਪ੍ਰੋਸੈਸਿੰਗ ਬਹੁਤ ਸਲੋ ਸੀਗੀ ਬਿਕਾਜ਼ ਆਫ ਪੈਂਡੈਮਿਕ। ਗਵਰਨਮੈਂਟ ਖੁਦ ਹੀ ਡਿਲੇ ਕਰ ਰਹੀ ਸੀ ਉਹਨਾਂ ਨੇ ਫਾਈਲਸ ਦੀ ਪ੍ਰੋਸੈਸਿੰਗ ਰਿਜ਼ਲਟ ਕਰਨ ਆਊਟ ਕਰਨ ਦੇ ਲਈ ਕਿ ਇਹਨਾਂ ਦਾ ਵੀਜ਼ਾ ਲੱਗਣਾ ਜਾਂ ਨਹੀਂ ਲੱਗਣਾ। ਉਹ ਜਸਟ ਡਿਲੇ ਕਰ ਰਹੇ ਸੀਗੀ ਤਾਂ ਕਿ ਅਸੀਂ ਇਹਨਾਂ ਨੂੰ ਹੋਲਡ ਕਰੀਏ ਹਲੇ। ਦੇ ਡੋਂਟ ਵਾਂਟ ਥਰਡ ਕੰਟਰੀ ਨੇਸ਼ਨ ਪੀਪਲ ਟੂ ਟਰੈਵਲ ਟੂ ਕੈਨੇਡਾ ਤਾਂ ਕਿ ਉਹ ਆਪਣੇ ਲੋਕਾਂ ਦੀ ਸੇਫਟੀ ਨੂੰ ਬਰਕਰਾਰ ਰੱਖ ਸਕਣ। ਉਹਨਾਂ ਨੇ ਹੁਣ ਇਸ਼ੂ ਕੀਤਾ ਹੈ ਵਿਦ ਇਫੈਕਟ ਫਰਮ 7th of September ਕਿ ਜੇ ਤੁਸੀਂ ਫਿਰ ਤੋਂ ਚਾਹਵਾਨ ਹੋ ਕੈਨੇਡਾ ਜਾਣ ਦੇ ਲਈ, ਬੇਸ਼ੱਕ ਤੁਹਾਡੀ ਐਪਲੀਕੇਸ਼ਨ ਲੱਗੀ ਹੋਈ ਹੈ, ਲਾਈਨ 'ਚ ਹੈ, ਕਿਊ 'ਚ ਹੈ, ਪਰ ਤੁਸੀਂ ਉਹਨੂੰ ਦੁਬਾਰਾ ਲਗਾਓ। ਦੁਬਾਰਾ ਲਗਾਓਗੇ ਤਾਂ ਗਵਰਨਮੈਂਟ ਕੋਲੋਂ ਦੀ ਇੰਟੀਮੇਸ਼ਨ ਇਮੀਡੀਏਟਲੀ ਆ ਜਾਏਗੀ। ਬੇਸ਼ੱਕ ਹੋ ਸਕਦਾ ਪੁਰਾਣਾ ਪੂਲ ਬਹੁਤ ਵੱਡਾ ਹੋਵੇ, 50,000 ਬੰਦੇ ਨੇ ਲਗਾਈ ਹੈ, ਦੇ ਕੈਨਟ ਪ੍ਰੋਸੈਸ 50,000 ਐਪਲੀਕੇਸ਼ਨਸ ਇਨ ਵਨ ਗੋ। ਲੇਕਿਨ ਉਹ ਕਹਿੰਦੇ 7 ਸਤੰਬਰ ਤੋਂ ਬਾਅਦ ਜਿਹੜੇ ਲੋਕ ਦੁਬਾਰਾ ਐਪਲੀਕੇਸ਼ਨਸ ਲਗਾਓਗੇ ਅਸੀਂ ਉਹਨਾਂ ਦਾ ਰਿਜ਼ਲਟ 15 ਤੋਂ 20 ਦਿਨਾਂ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ। ਅੱਛਾ, ਮਤਲਬ ਜਿਨ੍ਹਾਂ ਨੇ ਪਹਿਲਾਂ ਵੈਕਸੀਨ ਜਿਨ੍ਹਾਂ ਨੇ ਪਹਿਲਾਂ ਫਾਈਲ ਲਗਾਈ ਹੋਈ ਹੈ ਉਹਨਾਂ ਨੂੰ ਫਿਰ ਮੁੜ ਦੁਬਾਰਾ ਲਗਾਉਣ ਦੀ ਜ਼ਰੂਰਤ ਹੈ ਤੁਹਾਨੂੰ ਲੱਗਦਾ? ਐਗਜ਼ੈਕਟਲੀ। ਉਹ ਲੱਗੇ ਹੋਏ ਲਾਈਨ 'ਚ ਉਹਨਾਂ ਦਾ ਰਿਜ਼ਲਟ ਆਇਆ ਨਹੀਂ, ਉਹਦੀ ਪ੍ਰੋਸੈਸਿੰਗ ਫਾਈਨਲਾਈਜ਼ ਨਹੀਂ ਹੋਈ ਤਾਂ ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ ਦੁਬਾਰਾ ਆਪਣੀ ਐਪਲੀਕੇਸ਼ਨ ਲਗਾਓ ਔਰ ਤਾਂ ਕਿ ਸਾਡੇ ਕੋਲ ਇੰਟੀਮੇਸ਼ਨ ਆ ਜਾਏ ਕਿ ਇਹ ਲੋਕਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕੈਨੇਡਾ ਆਉਣ ਦੀ ਵਿਦ ਅ ਵੈਲਿਡ ਰੀਜ਼ਨ। ਆਫ ਕੋਰਸ ਤੁਸੀਂ ਆਪਣੀ ਫੈਮਿਲੀ ਨੂੰ ਮਿਲਣ ਜਾਣਾ ਹੈ, ਕੋਈ ਫਿਊਨਰਲ ਅਟੈਂਡ ਕਰਨ ਜਾਣਾ ਹੈ, ਕਿਸੇ ਦੀ ਲਾਸਟ ਰਾਈਡਸ ਨੇ ਤੁਹਾਡੇ ਲਵਡ ਵਨਸ ਦੀਆਂ, ਕੋਈ ਹਸਪੀਟਲ 'ਚ ਹੈ, ਤੁਹਾਡੀ ਕੋਈ ਬਿਜ਼ਨਸ ਮੀਟ ਹੈ, ਤੁਹਾਡੀ ਕੋਈ ਕਾਨਫਰੰਸ ਹੈ, ਵਿਦ ਅ ਪ੍ਰੋਪਰ ਵੈਲਿਡ ਰੀਜ਼ਨ ਤੁਸੀਂ ਗਵਰਨਮੈਂਟ ਨੂੰ ਦੱਸੋ ਤਾਂ ਤੁਹਾਡਾ ਉਹ ਕਹਿੰਦੇ ਅਸੀਂ 15 ਤੋਂ 20 ਦਿਨਾਂ ਦੇ ਵਿੱਚ ਪ੍ਰੋਸੈਸਿੰਗ ਕੰਪਲੀਟ ਕਰਕੇ ਤੁਹਾਨੂੰ ਵੀਜ਼ਾ ਗ੍ਰਾਂਟ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਬਿਲਕੁਲ ਇਹ ਤਾਂ ਤੁਸੀਂ ਬਹੁਤ ਫਾਇਦੇ ਵਾਲੀ ਗੱਲ ਦੱਸੀ ਹੈ ਕਿਉਂਕਿ ਜੇ ਕਈਆਂ ਨੂੰ ਲੱਗਦਾ ਹੋਗਾ ਵੀ ਯਾਰ ਮੈਂ ਲਾਈ ਹੋਈ ਹੈ ਫਾਈਲ, ਮੇਰਾ ਆਊਗਾ ਨਾਮ ਆਊਗਾ ਡਿਕਰ, ਉਹ ਡਿੱਗਦਾ ਰਹਿ ਜਾਊਗਾ। ਹਾਲੇ ਤੱਕ ਮੈਨੂੰ ਲੱਗਦਾ ਕਿ ਉਹਨੂੰ ਉਸ ਪਾਸੇ ਨੂੰ ਵੱਧ ਜਾਣਾ ਚਾਹੀਦਾ ਹੈ ਨਵੀਂ ਗਾਈਡਲਾਈਨ ਦੇ। ਕੁਝ ਲੋਕ ਇਹ ਵੀ ਸੋਚਦੇ ਕਿ ਪਤਾ ਨਹੀਂ ਕਿਸੇ ਏਜੰਟ ਜਾਂ ਕਿਸੇ ਕੰਸਲਟੈਂਟ ਨੇ ਦੁਬਾਰਾ ਪੈਸੇ ਲੈਣ ਦੀ ਖਾਤਰ ਉਹਨਾਂ ਨੂੰ ਕਹਿ ਰਿਹਾ ਕਿ ਦੁਬਾਰਾ ਕੇਸ ਲਗਾਓ। ਇਹ ਗਵਰਨਮੈਂਟ ਆਫ ਕੈਨੇਡਾ ਦੀ ਗਾਈਡਲਾਈਨਸ ਨੇ, ਉਹ ਕਹਿੰਦੇ ਕਿ ਜੇ ਤੁਹਾਡੀ ਪੁਰਾਣੀ ਐਪਲੀਕੇਸ਼ਨ ਲੱਗੀ ਹੈ ਜਿਹਦਾ ਨਤੀਜਾ ਨਹੀਂ ਆਇਆ ਤਾਂ ਤੁਸੀਂ ਦੁਬਾਰਾ ਐਪਲੀਕੇਸ਼ਨ ਲਗਾਓ, ਅਸੀਂ ਉਹਦੀ ਫਾਸਟ ਪ੍ਰੋਸੈਸਿੰਗ ਕਰਾਂਗੇ। ਅੱਛਾ ਸਰ, ਵਿਜ਼ਟਰ ਵੀਜ਼ਾ ਤੇ ਜਾਣ ਲਈ ਸ਼ਰਤਾਂ ਕੀ ਨੇ? ਕੀ ਸ਼ਰਤਾਂ ਆਪਾਂ ਨੂੰ ਪੂਰੀਆਂ ਕਰਨੀਆਂ ਪੈਣਗੀਆਂ? ਨਾਰਮਲੀ ਆਪਾਂ ਗੱਲ ਕਰੀਏ ਤਾਂ ਵਿਜ਼ਟਰ ਵੀਜ਼ਾ ਦੀ ਕੋਈ ਐਸਾ ਗਾਈਡਲਾਈਨਸ ਨਹੀਂ ਹੈਗੀਆਂ, ਕੋਈ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ, ਬਟ ਇੱਕ ਬੇਸਿਕ ਅੰਡਰਸਟੈਂਡਿੰਗ ਆਪਾਂ ਕਹਿ ਸਕਦੇ, ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ। ਪਹਿਲੀ ਚੀਜ਼ ਤੁਹਾਡੇ ਕੋਲ ਇੱਕ ਵੈਲਿਡ ਰੀਜ਼ਨ ਹੋਣਾ ਚਾਹੀਦਾ ਹੈ ਕੈਨੇਡਾ ਜਾਣ ਦਾ ਤੇ ਵਾਪਸ ਆਉਣ ਦਾ। ਬਿਲਕੁਲ ਠੀਕ, ਰਾਈਟ, ਕਿ ਤੁਹਾਡਾ ਇੱਥੇ ਕਾਰੋਬਾਰ ਚੱਲ ਰਿਹਾ, ਤੁਹਾਡੀ ਬਿਜ਼ਨਸ ਹੈ ਜਾਂ ਫੈਮਿਲੀ ਹੈ, ਤੁਸੀਂ ਤੁਹਾਡੇ ਵਾਪਸ ਆਉਣ ਦੇ ਚਾਂਸਸ ਕੀ ਨੇ, ਔਰ ਤੁਸੀਂ ਉੱਥੇ ਜਾ ਕੇ ਪਰਮਾਨੈਂਟ ਨਹੀਂ ਰਹਿਣਾ। ਮਤਲਬ ਤੁਸੀਂ ਕੰਮ ਕਰਨ ਲਈ ਨਹੀਂ ਚੱਲੇ, ਤੁਸੀਂ ਪੜ੍ਹਨ ਲਈ ਨਹੀਂ ਚੱਲੇ, ਜਾਂ ਤੁਸੀਂ ਆਪਣਾ ਪਾਸਪੋਰਟ ਫਾੜ ਕੇ ਉੱਥੇ ਰਹਿਣ ਨਹੀਂ ਚੱਲੇ। You have to convince the visa officer with the proper documentation ਜਿਹਦੇ ਵਿੱਚ ਤੁਹਾਡੇ ਫਾਈਨੈਂਸ਼ੀਅਲ ਪ੍ਰੂਫਸ, ਤੁਹਾਡੇ ਪ੍ਰਾਪਰਟੀ ਦੇ ਡਾਕੂਮੈਂਟਸ, ਤੁਹਾਡੀ ਇਨਕਮ ਸਰਟੀਫਿਕੇਟਸ, ਤੁਹਾਡੇ ਇਨਕਮ ਟੈਕਸ ਰਿਟਰਨਸ ਜੋ ਐਸਟੈਬਲਿਸ਼ ਕਰਦੀ ਹੈ ਕਿ ਤੁਸੀਂ ਆਪਣੀ ਕੰਟਰੀ 'ਚ ਸੈਟਲਡ ਹੋ, ਤੁਹਾਡੀ ਅਰਨਿੰਗ ਅੱਛੀ ਹੈ। ਦਿਸ ਇਜ਼ ਨੰਬਰ 1। ਸੈਕੰਡ ਹੈ ਤੁਸੀਂ ਕਰਨ ਕੀ ਚੱਲੇ ਹੋ, ਤੁਹਾਡਾ ਪਰਪਸ ਆਫ ਵਿਜ਼ਿਟ ਕੀ ਹੈ ਔਰ ਉਹਦੇ ਲਈ ਤੁਸੀਂ ਕੀ ਤਿਆਰੀ ਕੀਤੀ ਹੈ। ਫॉर ਐਗਜ਼ਾਮਪਲ ਬਿਜ਼ਨਸਮੈਨ ਕਹਿੰਦਾ ਮੇਰੀ ਕਾਨਫਰੰਸ ਹੈ, ਉਹ ਕਾਨਫਰੰਸ ਦਾ ਨੈਚੁਰਲੀ ਉਹਨੂੰ ਇਨਵੀਟੇਸ਼ਨ ਆਏਗਾ, ਉਹਦੇ ਬਿਜ਼ਨਸ ਨਾਲ ਕੋਈ ਤਾਲੁਕ ਹੋਏਗਾ, ਸੋ ਉਹ ਡਾਕੂਮੈਂਟੇਸ਼ਨ ਚਾਹੀਦੀ ਹੈ। ਉਸ ਤੋਂ ਇਲਾਵਾ ਕੋਈ ਕਹਿੰਦਾ ਮੈਂ ਆਪਣੀ ਫੈਮਿਲੀ ਨੂੰ ਮਿਲਣ ਜਾਣਾ, ਤਾਂ ਉਹ ਫੈਮਿਲੀ ਕੌਣ ਹੈ, ਕੀ ਰਿਲੇਸ਼ਨ ਹੈ ਉਹਦੇ ਨਾਲ ਤੁਹਾਡਾ, ਉਹ ਕਿੱਥੇ ਰਹਿ ਰਹੇ ਨੇ, ਕਿੰਨੀ ਦੇਰ ਤੋਂ ਰਹਿ ਰਹੇ ਨੇ, ਉਹ ਸਾਰਾ ਡਾਕੂਮੈਂਟਡ ਪ੍ਰੂਫ ਤੁਹਾਨੂੰ ਨਾਲ ਲਗਾਉਣਾ ਪਏਗਾ। ਕੋਈ ਕਹਿੰਦਾ ਮੈਂ ਟੂਰਿਜ਼ਮ ਲਈ ਸਿਰਫ ਘੁੰਮਣ ਜਾਣਾ, ਸਾਈਟ ਸੀਇੰਗ ਕਰਨੀ ਹੈ, ਮੈਂ ਐਕਸਪਲੋਰ ਕਰਨੀ ਹੈ ਜਗ੍ਹਾ, ਤਾਂ ਉਹਦੇ ਲਈ ਇੱਕ ਪ੍ਰੋਪਰ ਟਰੈਵਲ ਆਈਟਨਰੀ ਚਾਹੀਦੀ ਹੈ, ਟਿਕਟਸ ਤਾਂ ਆਫ ਕੋਰਸ ਚਾਹੀਦੀਆਂ ਹੀ ਚਾਹੀਦੀਆਂ। ਸੋ ਉਹ ਦੇਖਦੇ ਹੈ ਕਿ ਤੁਹਾਡੀ ਇਨਕਮ ਕਿੰਨੀ ਹੈ, ਰਾਈਟ। ਤੁਸੀਂ ਖਰਚਾ ਕਰਨ ਦੇ ਲਈ ਜੋ ਸਾਨੂੰ ਇੱਕ ਪ੍ਰਪੋਜ਼ਲ ਦੇ ਰਹੇ ਹੋ, ਕੈਨੇਡਾ ਜਾਣ ਦਾ ਮਤਲਬ ਕੋਈ 10-20 ਹਜ਼ਾਰ ਰੁਪਏ ਖਰਚ ਕਰਨਾ ਤਾਂ ਹੈ ਨਹੀਂ। ਅਗਰ ਆਪਾਂ ਮਿਨੀਮਮ ਤੋਂ ਮਿਨੀਮਮ 10 ਦਿਨਾਂ ਦਾ ਵੀ ਇੱਕ ਟੂਰ ਪਲਾਨ ਕਰੀਏ ਤਾਂ ਵੀ ਕਿਸੇ ਦਾ ਲੱਖ ਤੋਂ 1.5 ਲੱਖ ਰੁਪਇਆ ਬਿਨਾਂ ਟਿਕਟਸ ਤੋਂ ਖਰਚਾ ਆਏਗਾ। ਵਿਦ ਟਿਕਟ 2.5 ਲੱਖ ਰੁਪਇਆ ਖਰਚਾ। ਸੋ 10 ਦਿਨਾਂ ਤੁਸੀਂ 2.5 ਲੱਖ ਰੁਪਇਆ ਖਰਚੇ ਦੇ ਪਲਾਨ ਕਰ ਰਹੇ ਹੋ, ਇਹ ਤੁਸੀਂ ਸਪੋਰਟ ਕਰਦੇ ਹੋ, ਤੁਹਾਡੇ ਫਾਈਨੈਂਸਿਸ ਇਸ ਪੈਸੇ ਨੂੰ ਖਰਚਣ ਦੀ ਇਜਾਜ਼ਤ ਦਿੰਦੇ ਹੈ। ਇਹ ਸਾਰੀਆਂ ਚੀਜ਼ਾਂ ਜੇ ਤੁਸੀਂ ਫੁੱਲਫਿਲ ਕਰਦੇ ਹੋ ਤਾਂ ਤੁਹਾਡਾ ਵਿਜ਼ਿਟਰ ਵੀਜ਼ਾ ਲੱਗਣ ਦੇ ਚਾਂਸਸ ਬਹੁਤ ਜ਼ਿਆਦਾ ਨੇ। ਸਰ ਜੇਕਰ ਵਿਜ਼ਿਟਰ ਵੀਜ਼ਾ ਤੇ ਜਾਂਦੇ ਨੇ ਤਾਂ ਉੱਥੇ ਪੜ੍ਹਾਈ ਵਗੈਰਾ ਜਾਂ ਕੰਮ ਵਗੈਰਾ ਕਰ ਸਕਦੇ ਨੇ ਉਹ ਲੋਕ? ਨਹੀਂ, ਬਿਲਕੁਲ ਵੀ ਨਹੀਂ। ਗਵਰਨਮੈਂਟ ਦੀ ਬੜੀ ਕਲੀਅਰ ਇਨਸਟਰਕਸ਼ਨਸ ਹੈਗੀਆਂ ਕਿ ਜੇ ਤੁਹਾਨੂੰ ਵਿਜ਼ਿਟਰ ਵੀਜ਼ਾ ਗ੍ਰਾਂਟ ਹੈ ਤਾਂ ਪਰਪਸ ਆਫ ਵਿਜ਼ਿਟ ਹੀ ਫੁੱਲਫਿਲ ਹੋਣਾ ਚਾਹੀਦਾ ਹੈ। ਔਰ ਪਰਪਸ ਆਫ ਵਿਜ਼ਿਟ ਦੇ ਵਿੱਚ ਤੁਸੀਂ ਇਹ ਕਿਤੇ ਨਹੀਂ ਲਿਖਿਆ ਹੋਇਆ ਕਿ ਮੈਂ ਉੱਥੇ ਕੰਮ ਕਰਨ ਚੱਲਣਾ ਜਾਂ ਮੈਂ ਉੱਥੇ ਪੜ੍ਹਨ ਚੱਲਣਾ ਹੈ। ਉਹਦੇ ਲਈ ਵਰਕ ਪਰਮਿਟ ਹੈ ਕੈਟੇਗਰੀ, ਉਹਦੇ ਲਈ ਸਟੱਡੀ ਵੀਜ਼ਾ ਕੈਟੇਗਰੀ ਹੈ, ਇਟਸ ਨਾਟ ਅ ਵਿਜ਼ਿਟਰ ਵੀਜ਼ਾ ਕੈਟੇਗਰੀ। ਸੋ ਜੇ ਤੁਸੀਂ ਉੱਥੇ ਜਾ ਕੇ ਕੁਝ ਵੀ ਆਊਟ ਆਫ ਦਾ ਵੇ ਪਰਸਿਊ ਕਰਦੇ ਹੋ, ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਜਾਂ ਪੜ੍ਹਾਈ ਕਰਨਾ ਸ਼ੁਰੂ ਕਰ ਦਿੰਦੇ ਹੋ, ਇਟ ਵਿਲ ਬੀ ਕੰਸੀਡਰਡ ਐਜ਼ ਇਲੀਗਲ। ਤੁਹਾਨੂੰ ਉਹਦੇ ਲਈ ਇੱਕ
ਅਲੱਗ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਆਪਣਾ ਵਿਜ਼ਿਟਰ ਵੀਜ਼ਾ ਜਿਹੜਾ ਹੈਗਾ ਹੈ, ਉਹਨੂੰ ਕਨਵਰਟ ਕਰਨਾ ਪੈਂਦਾ ਇਨਟੂ ਵਰਕ ਪਰਮਿਟ ਔਰ ਅ ਸਟੱਡੀ ਪਰਮਿਟ। ਪਰ ਨਾਰਮਲੀ ਜਿਹੜਾ ਵਿਜ਼ਿਟਰ ਹੈਗਾ ਉਹ 6 ਮਹੀਨੇ ਲਈ ਕੈਨੇਡਾ ਰਹਿ ਸਕਦਾ ਹੈ ਜਾ ਕੇ। ਅਗਰ ਉਹਦਾ ਵੀਜ਼ਾ ਇੱਕ ਐਕਸਟੈਂਡਡ ਪੀਰੀਅਡ ਲਈ ਲੱਗਾ, 10 ਸਾਲ ਲਈ ਲੱਗਾ, ਤਾਂ ਐਟ ਅ ਸਟ੍ਰੈਚ ਤੁਸੀਂ 6 ਮਹੀਨੇ ਲਈ ਉੱਥੇ ਰਹਿ ਸਕਦੇ ਹੋ। ਸੋ ਅਪ ਟੂ 6 ਮੰਥਸ ਤੁਸੀਂ ਕੋਈ ਕੋਰਸ ਛੋਟਾ ਮੋਟਾ ਆਪਟ ਕਰ ਸਕਦੇ ਹੋ ਜਿਹਦੀ ਮਿਆਦ 6 ਮਹੀਨੇ ਤੋਂ ਘੱਟ ਹੋਵੇ। ਪਰ ਜੇ ਕਿਸੇ ਦੀ ਕੋਰਸ ਦੀ ਡਿਊਰੇਸ਼ਨ ਇਜ਼ ਮੋਰ ਦੈਨ 6 ਮੰਥਸ ਤਾਂ ਉਹਦੇ ਲਈ ਤੁਹਾਨੂੰ ਸਪੈਸ਼ਲ ਪਰਮਿਟ, ਸਟੱਡੀ ਪਰਮਿਟ ਦੀ ਪਰਮਿਸ਼ਨ ਲੈਣੀ ਪਏਗੀ। ਹੋਰ ਕੀ ਰਿਕੁਆਇਰਮੈਂਟ ਜਿਹੜੀ ਵਿਜ਼ਟਰ ਵੀਜ਼ਾ ਵਾਸਤੇ ਸਾਨੂੰ ਜਿਹੜੀ ਐਲੀਜੀਬਿਲਟੀ ਵਾਸਤੇ ਉਹ ਹੋਣੀਆਂ ਚਾਹੀਦੀਆਂ ਨੇ? ਵਿਜ਼ਿਟਰ ਵੀਜ਼ਾ ਦੀਆਂ ਚੈੱਕਲਿਸਟ ਹੈਗੀ ਹੈ ਤੁਹਾਡੇ ਪਰਪਸ ਆਫ ਵਿਜ਼ਿਟ ਦੇ ਉੱਤੇ। ਸਭ ਤੋਂ ਇੰਪੋਰਟੈਂਟ ਡਾਕੂਮੈਂਟ ਜਿਹੜਾ ਹੁੰਦਾ ਹੈ ਕਿ ਤੁਹਾਡਾ ਜਾਣ ਦਾ ਉਦੇਸ਼ ਕੀ ਹੈ, ਰਾਈਟ। ਜੇ ਤੁਸੀਂ ਫੈਮਿਲੀ ਮੈਂਬਰ ਨੂੰ ਮਿਲਣ ਜਾਣਾ ਉਹਦੀ ਅਲੱਗ ਚੈੱਕਲਿਸਟ ਹੈ, ਜੇ ਤੁਸੀਂ ਉੱਥੇ ਘੁੰਮਣ ਜਾਣਾ ਉਹਦੀ ਅਲੱਗ ਚੈੱਕਲਿਸਟ ਹੈ, ਰਾਈਟ। ਜੇ ਤੁਸੀਂ ਕਿਸੇ ਹੈਲਥ ਚੈੱਕਅਪ ਲਈ ਜਾਣਾ ਉਹਦੀ ਅਲੱਗ ਚੈੱਕਲਿਸਟ ਹੈਗੀ ਹੈ। ਸੋ ਪਰਪਸ ਆਫ ਵਿਜ਼ਿਟ ਡਿਫਾਈਨ ਕਰਨਾ ਬੜਾ ਜ਼ਰੂਰੀ ਹੈ। ਅਪਾਰਟ ਫਰਮ ਦੈਟ ਅਗਰ ਆਪਾਂ ਗੱਲ ਕਰੀਏ ਤਾਂ ਜਿਹੜਾ ਬੰਦਾ ਟਰੈਵਲ ਕਰ ਰਿਹਾ, ਪਰਸਨ ਹੂ ਇਜ਼ ਟਰੈਵਲਿੰਗ ਸ਼ੁੱਡ ਬੀ ਆਫ ਗੁੱਡ ਹੈਲਥ ਐਂਡ ਕਰੈਕਟਰ। ਉਹਦੇ ਅਗੇਂਸਟ ਕੋਈ ਕ੍ਰਿਮੀਨਲ ਕੇਸ ਜਾਂ ਕੋਈ ਵੀ ਪੀਸੀਸੀ ਲੈਂਚ ਕੋਈ ਦਿੱਕਤ ਨਾ ਹੋਵੇ, ਉਹਦੇ ਅਗੇਂਸਟ ਕੋਈ ਕੇਸ ਨਾ ਲੱਗਾ ਹੋਵੇ ਐਸਾ ਜਿਹੜਾ ਕਿ ਉਹਨੂੰ ਕੰਟਰੀ ਛੱਡ ਕੇ ਜਾਣ ਦੀ ਪਰਮਿਸ਼ਨ ਨਾ ਦਿੰਦਾ ਹੋਵੇ। ਸੋ ਕ੍ਰਿਮੀਨਲ ਕੇਸਿਸ ਨੂੰ ਉਹ ਅਲਾਉ ਨਹੀਂ ਕਰਦੇ। ਇਹਨੂੰ ਹਾਈਡ ਕਰਨ ਦੀ ਵੀ ਆਪਾਂ ਕੋਸ਼ਿਸ਼ ਨਾ ਕਰੀਏ ਤਾਂ ਜ਼ਿਆਦਾ ਅੱਛਾ ਰਹੇਗਾ ਤੁਹਾਡੀ ਐਪਲੀਕੇਸ਼ਨ ਦੇ ਲਈ। ਮੋਸਟ ਇੰਪੋਰਟੈਂਟ, ਜੇ ਕੋਈ ਪ੍ਰੀਵੀਅਸ ਪਹਿਲਾਂ ਤੁਹਾਡੀ ਐਪਲੀਕੇਸ਼ਨ ਲੱਗੀ ਹੋਵੇ ਔਰ ਉਹ ਰਿਜੈਕਟ ਹੋਈ ਹੋਵੇ ਤਾਂ ਉਹਨੂੰ ਹਾਈਡ ਨਾ ਕਰੋ ਕਦੀ ਵੀ। ਉਹਦੇ ਬਾਰੇ ਡਾਕੂਮੈਂਟਸ ਪੂਰੇ ਤਫਤੀਸ਼ ਦੇ ਨਾਲ ਵੈਰੀਫਾਈ ਕਰਨੇ ਬਹੁਤ ਜ਼ਰੂਰੀ ਹੈ ਕਿ ਉਹ ਪਹਿਲੀ ਰਿਜੈਕਸ਼ਨ ਕਿਸ ਵਜ੍ਹਾ ਦੇ ਨਾਲ ਲੱਗੀ, ਕਿਉਂਕਿ ਉਹਨੂੰ ਕਾਊਂਟਰ ਕਰਨ ਕੀਤੇ ਬਗੈਰ ਤੁਹਾਡਾ ਵੀਜ਼ਾ ਨਹੀਂ ਇਸ਼ੂ ਹੋ ਸਕਦਾ। ਲੋਕ ਜ਼ਿਆਦਾਤਰ ਹਾਈਡ ਕਰ ਲੈਂਦੇ ਕਿ ਇਸਦਾ ਪਾਸਪੋਰਟ ਚੇਂਜ ਹੋ ਗਿਆ, ਨਵਾਂ ਬਣ ਗਿਆ, ਉਹਨੂੰ ਲੱਗਦਾ ਕਿ ਕਿਸੇ ਕੰਸਲਟੈਂਟ ਨੂੰ ਦੱਸਣ ਦੀ ਜ਼ਰੂਰਤ ਕੀ, ਅੰਬੈਸੀ ਨੂੰ ਪਤਾ ਨਹੀਂ ਲੱਗਣਾ। ਪਰ ਅੰਬੈਸੀ ਨੂੰ ਤੁਹਾਡੇ ਡੇਟ ਆਫ ਬਰਥ ਤੋਂ, ਤੁਹਾਡੇ ਬਾਇਓਮੈਟ੍ਰਿਕਸ ਤੋਂ ਪਤਾ ਚੱਲ ਜਾਣਾ ਕਿ ਤੁਸੀਂ ਕਿੰਨੀ ਵਾਰ ਪਹਿਲਾਂ ਅਪਲਾਈ ਕਰ ਚੁੱਕੇ ਹੋ, ਕੀ ਡਾਕੂਮੈਂਟਸ ਲਗਾ ਚੁੱਕੇ ਹੋ। ਸੋ ਇਟ ਸ਼ੁੱਡ ਬੀ ਇਨ ਲਾਈਨ। ਇਹਦੀ ਇੱਕ ਪ੍ਰੋਸੈਸਿੰਗ ਜਿਹੜੀ ਹੈਗੀ ਹੈ ਨਾ, ਵਟਐਵਰ ਇਨਫੋਰਮੇਸ਼ਨ ਯੂ ਹੈਵ ਸਬਮਿਟਡ ਅਰਲੀਅਰ, ਉਹ ਤੁਸੀਂ ਉਹਨੂੰ ਅੱਗੇ ਵਧਾਉਣਾ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਸੌਰੀ ਮੈਂ ਪਹਿਲਾਂ ਗਲਤ ਇਨਫੋਰਮੇਸ਼ਨ ਦੇਤੀ, ਹੁਣ ਮੈਂ ਕਰੈਕਟ ਇਨਫੋਰਮੇਸ਼ਨ ਦੇ ਰਿਹਾ। ਜੀ ਸਾਡੇ ਸੁਭਾਅ ਚ ਹੀ ਹੈ ਨਾ ਇਦਾਂ। ਇਸੇ ਲਈ ਪੰਜਾਬੀਆਂ ਦਾ ਆਪਾਂ ਗੱਲ ਕਰੀਏ ਨਾ ਤਾਂ ਰਿਜੈਕਸ਼ਨ ਮੇਰਾ ਖਿਆਲ ਸਭ ਤੋਂ ਜ਼ਿਆਦਾ ਹੈ। ਇਹਨਾਂ ਦਾ ਜਨੂਨ ਵੀ ਸਭ ਤੋਂ ਜ਼ਿਆਦਾ ਜਾਣ ਦਾ, ਪਰ ਰਿਜੈਕਸ਼ਨ ਰੇਟ ਵੀ ਬਹੁਤ ਜ਼ਿਆਦਾ ਹੈ ਜਸਟ ਬਿਕੋਜ਼ ਆਫ ਛੋਟੀਆਂ ਮਿਸਟੇਕਸ ਲੋਕ ਕਰਦੇ ਨੇ। ਆਪਣੀ ਐਜੂਕੇਸ਼ਨ ਹਾਈਡ ਕਰ ਲਈ, ਆਪਣਾ ਐਕਸਪੀਰੀਅੰਸ ਹਾਈਡ ਕਰ ਲਿਆ ਜਾਂ ਬਣਵਾ ਲਿਆ। ਸੋ ਮੇਰੀ ਐਡਵਾਈਸ ਹੈ ਕਿ ਜਿੰਨਾ ਆਪਾਂ ਓਪਨ ਰਵਾਂਗੇ, ਟਰਾਂਸਪੇਰੈਂਟ ਰਵਾਂਗੇ, ਟਰੂਥਫੁਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ, ਉਹਨੇ ਵੀਜ਼ਾ ਲੱਗਣ ਦੇ ਚਾਂਸਸ ਵੱਧ ਜਾਂਦੇ ਨੇ। ਕਿ ਤੁਹਾਡੇ ਕੋਲ ਇਹੋ ਜਿਹੇ ਬੰਦੇ ਆਉਂਦੇ ਨੇ ਜਿਹੜੇ ਤੁਹਾਡੇ ਤੋਂ ਵੀ ਲੁਕਾ ਰੱਖਦੇ ਨੇ? ਬਹੁਤ ਸਾਰੇ। ਜਦੋਂ ਰਿਜੈਕਸ਼ਨ ਆਉਂਦੀ ਹੈ ਨਾ ਉਹਦੇ ਵਿੱਚ ਫਿਰ ਅਸੀਂ ਉਹਦੀ ਡਿਟੇਲ ਚ ਜਾਣਦੇ ਆ, ਉਹਦੇ ਕੈਪਸ ਇਸ਼ੂ ਕਰਵਾਉਂਦੇ ਆ, ਪਤਾ ਕਰਾਉਂਦੇ ਆ ਵੀ ਇਹਦੀ ਵਜ੍ਹਾ ਕੀ ਹੈ ਰਿਜੈਕਸ਼ਨ ਦੀ। ਉਦੋਂ ਪਤਾ ਲੱਗਦਾ ਇਹ ਤਾਂ ਪਹਿਲਾਂ 4 ਵਾਰ ਰਿਜੈਕਟ ਹੋ ਚੁੱਕਾ ਹੈ। ਫਿਰ ਅਸੀਂ ਉਹਨੂੰ ਜਦੋਂ ਕਨਫਰੰਟ ਕਰਦੇ ਹਾਂ ਕਹਿੰਦਾ ਹਾਂਜੀ ਭਾਜੀ ਹੋਇਆ ਤਾਂ ਸੀ ਪਰ ਮੈਨੂੰ ਧਿਆਨ ਨਹੀਂ ਰਿਹਾ ਤੁਹਾਨੂੰ ਦੱਸਣਾ। ਸੋ ਉਹਦੇ ਨਾਲ ਨਾ ਜਿਹੜਾ ਲਾਇਰ ਰਿਪਰੈਜ਼ੈਂਟ ਕਰਦਾ ਹੈ ਉਹਦੀ ਵੀ ਗੁੱਡਵਿਲ ਚ ਫਰਕ ਪੈਂਦਾ ਹੈ। ਸੋ ਟਰੂਥਫੁਲ ਇਨਫੋਰਮੇਸ਼ਨ ਸ਼ੇਅਰ ਕਰਨਾ ਬਹੁਤ ਇੰਪੋਰਟੈਂਟ ਹੈ। ਔਰ ਇੱਕ ਇਹਦੇ ਵਿੱਚ ਰਿਕੁਆਇਰਮੈਂਟ ਹੁੰਦੀ ਹੈ ਪ੍ਰੂਫ ਆਫ ਫੰਡਸ, ਸੈਟਲਮੈਂਟ ਫੰਡਸ ਕਹ ਲਓ, ਪ੍ਰੂਫ ਆਫ ਫੰਡਸ ਕਹ ਲਓ। ਤੁਹਾਡੇ ਕੋਲ ਪੈਸਾ ਕਿੰਨਾ ਹੈਗਾ ਆਪਣੀ ਟ੍ਰਿਪ ਨੂੰ ਫਾਈਨਾਂਸ ਕਰਨ ਦੇ ਲਈ ਔਰ ਉਹਦਾ ਸੋਰਸ ਕੀ ਹੈ, ਠੀਕ ਹੈ ਨਾ। ਲੋਕ ਇਹ ਪੈਸਾ ਕਿਸੇ ਰਿਸ਼ਤੇਦਾਰ ਤੋਂ ਫੜ ਲਿਆ, ਭਰਾ ਭੈਣ ਤੋਂ ਫੜ ਲਿਆ, ਫਟਾਫਟ ਆਪਣੇ ਅਕਾਊਂਟ ਚ ਪਾਇਆ, 4 ਲੱਖ ਰੁਪਇਆ 5 ਲੱਖ ਦਿਖਾਇਆ ਕਿ ਓਕੇ ਆਈ ਹੈਵ ਸਫੀਸ਼ੀਐਂਟ ਮਨੀ, ਕਿਤੇ ਜ਼ਮੀਨ ਦਾ ਠੇਕਾ ਆ ਗਿਆ। ਲੇਕਿਨ ਉਹ ਕੰਟੀਨਿਊਟੀ ਹੈ ਜਾਂ ਨਹੀਂ ਉਸ ਪੈਸੇ ਦੀ। ਲੈਟਸ ਸੇ ਤੁਸੀਂ ਪਿਛਲੇ ਸਾਲ ਦੀ ਰਿਟਰਨ ਭਰੀ ਲੱਖ ਰੁਪਏ ਦੀ ਜਾਂ 2 ਲੱਖ ਰੁਪਏ ਦੀ, ਅਕਾਊਂਟ ਤੁਸੀਂ ਪੈਸੇ ਦਿਖਾ ਰਹੇ ਹੋ 6 ਲੱਖ, ਤਾਂ ਵੀਜ਼ਾ ਆਫਿਸਰ ਸੋਚਦਾ ਹੈ ਵੀ ਲੱਖ ਰੁਪਏ ਦਾ ਸਾਲ ਦੀ ਕਮਾਈ ਹੈ ਜਾਂ 2 ਲੱਖ ਦਾ ਸਾਲ ਦੀ ਕਮਾਈ ਹੈ, ਇਹ 6 ਲੱਖ ਰੁਪਏ ਕਿੱਥੋਂ ਜਮਾ ਕਰੀ ਬੈਠਾ ਹੈ। ਸੋ ਔਨ ਦੈਟ ਗਰਾਊਂਡਸ ਵੀਜ਼ਾ ਰਿਜੈਕਸ਼ਨ ਦੇ ਚਾਂਸਸ ਵੱਧ ਜਾਂਦੇ ਨੇ। ਸੋ ਅਸੀਂ ਉਹਨੂੰ ਸਾਰੇ ਫੈਕਟਰਸ ਨੂੰ ਕਾਊਂਟਰ ਕਰਨ ਤੋਂ ਬਾਅਦ ਹੀ ਕੇਸ ਲਗਾ ਸਕਦੇ ਹਾਂ ਜੇ ਸਾਨੂੰ ਇੱਕ ਅੱਛਾ ਸਕਸੈਸ ਰੇਟ ਚਾਹੀਦਾ ਹੈ। ਇਟ ਇਜ਼ ਨਾਟ ਜਸਟ ਅੰਬੈਸੀ ਨੂੰ ਫੀਸ ਦੇਤੀ, 4 ਕਾਗਜ਼ ਲਗਾਤੇ ਤੇ ਏਜੰਟ ਨੇ ਕਿਹਾ ਜੀ ਹਾਂਜੀ ਕੇਸ ਲੱਗ ਜਾਏਗਾ, ਤੁਹਾਡਾ ਵੀਜ਼ਾ ਲੱਗ ਜਾਏਗਾ। ਇਟਸ ਨਾਟ ਲਾਈਕ ਦੈਟ। ਇੰਨਾ ਸਿੰਪਲ ਨਹੀਂ ਹੈ ਜਿੰਨਾ ਦਿਖਦਾ ਹੈਗਾ। ਇਹਦੇ ਪਿੱਛੇ ਇੱਕ ਬਹੁਤ ਅੱਛੀ ਪਲੈਨਿੰਗ ਚਾਹੀਦੀ ਹੈ, ਬਹੁਤ ਅੱਛੀ ਡਾਕੂਮੈਂਟੇਸ਼ਨ, ਪੇਪਰ ਵਰਕ ਚਾਹੀਦਾ ਹੈ ਜੇ ਆਪਾਂ ਸਕਸੈਸਫੁਲ ਰਿਜ਼ਲਟਸ ਲੈਣੇ ਆ ਤਾਂ। ਫਿਰ ਬਹੁਤ ਸਾਰੇ ਲੋਕ ਮੈਂ ਏਜੰਟਾਂ ਦੇ ਗੱਲ ਪੈਂਦੇ ਵੀ ਦੇਖੇ ਨੇ, ਕਹਿੰਦੇ ਵੀ ਯਾਰ ਏਜੰਟ ਠੱਗ ਹੈ। ਐਗਜ਼ੈਕਟਲੀ। ਜਦੋਂ ਵੀਜ਼ਾ ਰਿਜੈਕਟ ਹੁੰਦਾ ਨਾ ਉਹਨੂੰ ਲੱਗਦਾ ਕਿ ਏਜੰਟ ਨੇ ਵੀਜ਼ਾ ਲਗਵਾਉਣਾ ਹੈ ਜਾਂ ਕੰਸਲਟੈਂਟ ਨੇ ਵੀਜ਼ਾ ਲਗਵਾਉਣਾ ਹੈ। ਭਾਜੀ ਵੀਜ਼ਾ ਕਿਸੇ ਦੇ ਹੱਥ 'ਚ ਨਹੀਂ ਹੈਗਾ। ਵੀਜ਼ਾ ਅੰਬੈਸੀ ਨੇ, ਵੀਜ਼ਾ ਆਫਿਸਰ ਨੇ ਲਗਾਉਣਾ ਹੈ ਔਰ ਉਹ ਤਾਂ ਲਗਾਉਣਾ ਹੈ ਜੇ ਤੁਹਾਡੇ ਡਾਕੂਮੈਂਟਸ ਉਹਨੂੰ ਸੈਟੀਸਫਾਈਡ ਲੱਗਣਗੇ ਤਾਂ।
ਅਦਰਵਾਈਜ਼ ਕੋਈ ਏਜੰਟ ਦੀ ਕੋਈ ਗੱਲਬਾਤ ਕਿਸੇ ਐਮਬੈਸੀ 'ਚ ਨਹੀਂ ਹੁੰਦੀ ਕਿ ਤੁਹਾਡਾ ਵਿਜ਼ਟਰ ਵੀਜ਼ਾ ਸਟੈਂਪ ਕਰਾ ਦੇਵੇ। ਦੀਪਕ ਜੀ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਇਹ ਲੱਗ ਰਿਹਾ ਸੀ ਵੀ ਤੁਹਾਡੇ ਕੋਲ ਹੱਥ ਸਾਰੀ ਪਾਵਰ ਹੋਊਗੀ, ਤੁਸੀਂ ਲਵਾ ਦੋਗੇ। ਨਹੀਂ, ਸਾਡੇ ਕੋਲ ਲੋਕ ਆਉਂਦੇ ਨੇ ਔਰ ਅਸੀਂ ਅਖਬਾਰਾਂ 'ਚ ਵੀ ਪੜ੍ਹਦੇ ਨੇ, ਐਡਵਰਟਾਈਜ਼ਮੈਂਟ ਵੀ ਦੇਖਦੇ ਆ, ਕੋਈ 20 ਲੱਖ ਰੁਪਏ ਦੇ ਰਿਹਾ, ਕੋਈ 30 ਲੱਖ ਰੁਪਏ ਦੇ ਰਿਹਾ ਵਿਜ਼ਟਰ ਵੀਜ਼ਾ ਦਾ। ਅਸੀਂ ਬੜਾ ਹੈਰਾਨ ਹੁੰਦੇ ਆ ਸੁਣ ਕੇ। ਗਵਰਨਮੈਂਟ ਦੀ ਫੀਸ ਲਗਭਗ 10,000 रुपए है अप्रोक्सीमेटली, और 10-11,000 ला लिए, 12,000 ला लिए बायोमेट्रिक वगैरह पा के। ये ऑफिशियल गवर्नमेंट दी फीस है, दैट्स इट। कोई होर गवर्नमेंट चार्ज नहीं लेंदी थोड़े तो जी। हाँ, तुसी कंसल्टेंट ਨੂੰ 25 ਲੱਖ ਕਾਹਦਾ ਦੇ ਰਹੇ ਹੋ? आई रियली फेल टू अंडरस्टैंड कि लोग पढ़े लिखे होने दे बावजूद दे फॉल प्रे टू सच इलीगल प्रैक्टिसेस एंड बी पार्ट ऑफ दैट। ਉਹਦੇ ਨਾਲ ਕੀ ਹੁੰਦਾ ਹੈ, ਤੁਹਾਡੇ ਉੱਤੇ ਪਰਮਾਨੈਂਟ ਬੈਨ ਲੱਗ ਜਾਂਦਾ ਹੈ 5 ਸਾਲ ਦਾ, 10 ਸਾਲ ਦਾ, ਕਿ ਤੁਸੀਂ ਕੈਨੇਡਾ ਐਂਟਰ ਹੀ ਨਹੀਂ ਕਰ ਸਕਦੇ। ਏਜੰਟ ਕੀ ਕਰਦੇ, ਕੋਈ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਨੂੰ ਟੈਂਪਰ ਕਰ ਦਿੰਦੇ ਨੇ, ਤੁਹਾਡੀ ਬੈਂਕ ਸਟੇਟਮੈਂਟਸ ਫੇਕ ਬਣਾ ਦਿੰਦੇ ਨੇ। ਸੋ please don't fall prey to such people and activities. Don't be part of such practices at all. ਜੇ ਤੁਸੀਂ ਜਾਣਾ ਹੈ ਤਾਂ ਆਪਣੀ ਫਾਈਲ ਨੂੰ ਪ੍ਰੋਪਰਲੀ ਇੱਕ ਪਲਾਨਡ ਵੇ ਦੇ ਨਾਲ, ਇੱਕ ਸੁਲਝੇ ਹੋਏ ਕੰਸਲਟੈਂਟ ਜਿਹਦਾ ਇੱਕ ਅੱਛਾ ਟਰੈਕ ਰਿਕਾਰਡ ਹੋਵੇ, ਜਿਹਦੀ ਗੁੱਡ ਸਟੈਂਡਿੰਗ ਹੋਵੇ, ਜਿਹੜਾ ਤੁਹਾਨੂੰ ਇਹ ਨਾ ਕਹੇ ਕਿ ਤੁਸੀਂ ਆਪਣੇ ਡਾਕੂਮੈਂਟਸ ਨੂੰ ਫਰਾਡੂਲੈਂਟ ਤਰੀਕੇ ਨਾਲ ਬਣਵਾਓ। ਸੋ ਐਸੇ ਬੰਦੇ ਕੋਲ ਜਾ ਕੇ ਔਰ ਆਪਣੇ ਕੇਸ ਨੂੰ ਟਰੂਥਫੁਲੀ प्रेजेंट करो कि मैं आ पर्पस है, मैं ऐदा जाना चाहता है, मेरे की चांसेस है। ऑफ कोर्स नो वन कैन गिव यू गारंटी, बट अगर डॉक्यूमेंटेशन अच्छी होएगी तो चांसेस आर वेरी वेरी ब्राइट टू गेट अ वीजा। एक सवाल मैं भी पूछना चाਹੁੰਦਾ ਕਿ ਵੈਕਸੀਨ ਦੀ ਆਪਾਂ ਸ਼ੁਰੂ ਚ ਗੱਲ ਕੀਤੀ ਸੀ। ਵੈਕਸੀਨ ਕਈਆਂ ਨੇ ਉਹ ਵੈਕਸੀਨ ਲਵਾ ਲਈ ਜਿਹੜੀ ਇਸ ਵੇਲੇ ਉਹਨਾਂ ਨੂੰ ਮਾਨਤਾ ਹਜੇ ਨਹੀਂ ਮਿਲੀ, ਤਾਂ ਕੀ ਉਹਨਾਂ ਨੇ ਜਿਨ੍ਹਾਂ ਨੇ 2 ਡੋਜ਼ ਉਹ ਲਵਾ ਲਏ ਨੇ, ਕੋਈ ਇਹੋ ਜਿਹਾ ਰੂਲਸ ਅਜੇ ਆਇਆ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਭਵਿੱਖ ਚ ਆ ਸਕਦਾ ਹੈਗਾ ਜਿਨ੍ਹਾਂ ਨੇ ਉਹ ਵੈਕਸੀਨ ਲਵਾ ਲਈ ਜਿਹੜੀ ਅਜੇ ਵੈਲਿਡ ਨਹੀਂ ਹੈਗੀ? ਉਹਨਾਂ ਨੂੰ ਦੁਬਾਰਾ ਵੈਕਸੀਨ ਲਗਵਾਉਣੀ ਪਏਗੀ ਜਿਹੜੀ ਕਿ ਵੈਲਿਡ ਹੈ, ਐਸ ਸਿੰਪਲ ਐਸ ਦੈਟ। ਜਿਹੜੀ ਕਿ ਵੈਕਸੀਨ ਵੈਲਿਡ ਨਹੀਂ ਹੈ ਉਹਦੇ ਬੇਸਿਸ ਤੇ ਉਹ ਨਾ ਅੱਜ ਨਾ ਕੱਲ ਉਹ ਟਰੈਵਲ ਨਹੀਂ ਕਰ ਸਕਦੇ। ਤਾਂ 3 ਮਹੀਨੇ ਮਤਲਬ ਹੋਰ ਇੰਤਜ਼ਾਰ ਕਰਨਾ ਪਊ। ਯੈਸ, ਯੂ ਹੈਵ ਟੂ। ਤਾਂ ਹੀ ਕਹਿੰਦੇ ਪਲੈਨਿੰਗ ਇਜ਼ ਇੰਪੋਰਟੈਂਟ। ਤੁਸੀਂ ਅੱਜ ਇੱਕਦਮ ਉੱਠ ਕੇ ਖੜੇ ਹੋ ਜਾਓ, ਮੈਂ ਵਿਜ਼ਿਟਰ ਵੀਜ਼ਾ ਲੈ ਕੇ ਕੈਨੇਡਾ ਜਾਣਾ ਹੈ, ਤੁਹਾਨੂੰ 100 ਬੰਦਾ ਮਿਲ ਜਾਊਗਾ ਜਿਹੜਾ ਕਹੂਗਾ ਭਾਜੀ ਆਜੋ ਇੱਧਰ ਬੱਸ ਖੜੀ ਚੱਲੀਏ। So it cannot be done like that. ਤੁਹਾਨੂੰ ਇੱਕ ਪ੍ਰੋਪਰ ਪਲੈਨਿੰਗ ਨਾਲ ਚੱਲਣਾ ਪੈਂਦਾ ਹੈ ਕਿ ਓਕੇ ਡਾਊਨ ਦ ਲਾਈਨ 6 months or 8 months ਮੈਂ ਕੈਨੇਡਾ ਜਾਣਾ, ਮੇਰਾ ਪਰਪਸ ਹੈ, ਮੈਂ ਉਹਦੇ ਲਈ ਫਾਈਨੈਂਸ਼ੀਅਲਸ ਪ੍ਰਿਪੇਅਰ ਕਰਨੇ, ਆਪਣੀ ਡਾਕੂਮੈਂਟੇਸ਼ਨ ਪ੍ਰਿਪੇਅਰ ਕਰਨੀ, ਆਪਣੀ ਵੈਕਸੀਨੇਸ਼ਨ ਲਗਵਾਉਣੀ ਹੈ, ਗਵਰਨਮੈਂਟ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਹੈ। ਹੁਣ ਜਿੱਦਾਂ ਕੁਝ ਟਾਈਮ ਪਹਿਲਾਂ 72 ਘੰਟੇ ਪਹਿਲਾਂ RT-PCR ਟੈਸਟ ਹੋਣਾ ਜ਼ਰੂਰੀ ਸੀਗਾ, that was on the website also. Immediately ਜਦੋਂ ਫਲਾਈਟ ਸ਼ੁਰੂ ਹੋਈਆਂ ਗਵਰਨਮੈਂਟ ਨੇ ਉਹਨੂੰ ਰਿਡਿਊਸ ਕਰਕੇ 18 ਘੰਟੇ ਕਰਤਾ। ਅੱਛਾ, ਹੁਣ 18 ਘੰਟੇ ਪਹਿਲਾਂ ਟੈਸਟ ਹੋਣਾ ਉਹੀ ਵੈਲਿਡ ਹੈ। 72 ਘੰਟੇ ਵਾਲਾ ਵੀ ਉਹਨਾਂ ਨੇ ਮਾਨਤਾ ਖਤਮ ਕਰਤੀ। ਅਪਾਰਟ ਫਰਮ ਦੈਟ ਉਹਨਾਂ ਨੇ ਇੰਦਰਾ ਗਾਂਧੀ ਜਿਹੜਾ 에ਅਰਪੋਰਟ ਹੈ ਆਪਣਾ ਇੰਟਰਨੈਸ਼ਨਲ 에ਅਰਪੋਰਟ, ਉੱਥੇ ਸੈਂਟਰ ਹੀ ਖੋਲਤਾ ਟੈਸਟਿੰਗ ਦਾ। ਅੱਛਾ, ਮਤਲਬ ਬਾਹਰੋਂ ਨਾ ਕਰਾਓ, ਕਹਿੰਦੇ ਬਾਹਰੋਂ ਵੀ ਨਹੀਂ ਅਸੀਂ ਮੰਨਣਾ, ਤੁਸੀਂ ਅੰਦਰ ਇੱਥੇ 에ਅਰਪੋਰਟ ਤੇ ਐਂਟਰ ਕਰੋਗੇ 6 ਘੰਟੇ 8 ਘੰਟੇ ਪਹਿਲਾਂ, ਅਸੀਂ ਇੱਥੇ ਹੀ ਤੁਹਾਡੀ ਟੈਸਟਿੰਗ ਕਰਾਂਗੇ ਔਰ ਉਹ ਰਿਪੋਰਟ ਤੁਸੀਂ ਲੈ ਕੇ ਨਾਲ ਜਾਓਗੇ। not only this, ਇਹ ਸਾਰੀ ਰਿਪੋਰਟਸ ਤੁਹਾਨੂੰ ਅਰਾਈਵ ਕੈਨ ਐਪ ਦੇ ਥਰੂ ਜਾਂ ਵੈਬਸਾਈਟ ਦੇ ਥਰੂ ਗਵਰਨਮੈਂਟ ਆਫ ਕੈਨੇਡਾ ਦੇ ਨਾਲ ਵੀ ਸ਼ੇਅਰ ਕਰਨਾ ਉਨਾ ਹੀ ਇੰਪੋਰਟੈਂਟ ਹੈ, ਨਾਟ ਜਸਟ ਕੈਰਿੰਗ ਅ ਰਿਜ਼ਲਟ ਇਨ ਯੂਰ ਪਾਕਟ। ਮਤਲਬ ਉਹ ਟ੍ਰਾਂਸਪੇਰੈਂਸੀ ਬਹੁਤ ਇੰਪੋਰਟੈਂਟ ਹੈਗੀ ਹੈ, ਇਨਫੋਰਮੇਸ਼ਨ ਨੂੰ ਸ਼ੇਅਰ ਕਰਨਾ ਬੜਾ ਇੰਪੋਰਟੈਂਟ ਹੈ, ਨਹੀਂ ਤਾਂ ਹੋ ਸਕਦਾ ਉੱਥੇ ਲੈਂਡ ਕਰਨ ਤੋਂ ਬਾਅਦ ਤੁਹਾਨੂੰ ਵਾਪਸ ਭੇਜ ਦੇਣ ਉਹ। ਸੋ ਇਹ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਟਾਈਮ ਟੂ ਟਾਈਮ ਚੇਂਜ ਹੁੰਦੇ ਹੈ। ਲੱਗਦਾ ਹੈ ਵਿਜ਼ਟਰ ਵੀਜ਼ਾ ਸੌਖੀ ਜੀ ਚੀਜ਼ ਹੈ, ਇਹਦੇ ਬਾਰੇ ਇੰਨੀ ਜਾਣਕਾਰੀ ਦੀ ਕੀ ਲੋੜ ਹੈਗੀ ਹੈ, ਪਰ ਅਸੀਂ ਕਈ ਲੋਕਾਂ ਨੂੰ ਦੇਖਿਆ ਉੱਥੇ ਲੈਂਡ ਕਰਨ ਤੋਂ ਬਾਅਦ ਵਾਪਸ ਆ ਗਏ just because of some documentary gap ਰਹਿ ਗਿਆ ਉਹਨਾਂ ਦੇ, ਉਹ ਨਹੀਂ ਫੁੱਲਫਿਲ ਕਰ ਪਾਏ। ਉੱਥੇ ਜਾ ਕੇ ਘਬਰਾ ਜਾਂਦਾ ਬੰਦਾ, ਮੈਂ ਕੀ ਕਰਾਂ ਹੁਣ, ਅਗਲੀ ਫਲਾਈਟ ਬਿਠਾ ਕੇ ਉਹਨਾਂ ਨੇ ਤੁਹਾਨੂੰ ਵਾਪਸ ਭੇਜਦਾ। ਸੋ ਬੱਚਿਆਂ ਲਈ ਆਪਣੇ ਇੰਡੀਆ ਦੇ ਵਿੱਚ 18 ਸਾਲ ਤੋਂ ਘੱਟ ਵੈਕਸੀਨ ਨਹੀਂ ਲੱਗਦੀ, ਬੱਚਿਆਂ ਲਈ ਕੁਝ ਹੈਗੀ ਉਹਨਾਂ ਨੇ ਢਿੱਲ ਦਿੱਤੀ ਕੈਨੇਡਾ ਨੇ? 12 ਸਾਲ ਤੋਂ ਅਗਰ ਬੱਚਾ ਛੋਟਾ ਹੈ ਤਾਂ ਉਹਨੂੰ ਵੈਕਸੀਨੇਸ਼ਨ ਦੀ ਜ਼ਰੂਰਤ ਨਹੀਂ ਹੈ। ਜੇ ਬੱਚਾ 12 ਸਾਲ ਤੋਂ ਬੜਾ ਹੈ ਉਹਨੂੰ ਵੈਕਸੀਨੇਸ਼ਨ ਚਾਹੀਦੀ ਹੈ, ਰਾਈਟ। ਬਟ ਜੇ ਉਹ ਟਰੈਵਲ ਵੀ ਕਰ ਰਿਹਾ 12 ਸਾਲ ਤੋਂ ਛੋਟਾ ਬੱਚਾ, ਤਾਂ ਆਪਣੇ ਪੇਰੈਂਟਸ ਜਿਨ੍ਹਾਂ ਦੇ ਨਾਲ ਉਹ ਟਰੈਵਲ ਕਰ ਰਿਹਾ, ਉਹਦਾ ਕਸਟੋਡੀਅਨ ਜਿਹਦੇ ਨਾਲ ਉਹ ਟਰੈਵਲ ਕਰ ਰਿਹਾ, ਦਾ ਪਰਸਨ ਸ਼ੁੱਡ ਬੀ ਫੁਲੀ ਵੈਕਸੀਨੇਟਡ, ਅਪਰੂਵਡ ਜੋ ਵੈਕਸੀਨੇਸ਼ਨਸ ਹੈ ਉਹਨਾਂ ਦੀ ਉਹ ਲੱਗੀਆਂ ਹੋਣੀਆਂ ਚਾਹੀਦੀਆਂ। ਬੱਚੇ ਦੀ ਵੀ ਕਰੋਨਾ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ, ਬੱਚੇ ਦੀ ਕੋਵਿਡ ਟੈਸਟਿੰਗ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ, ਆਫ ਕੋਰਸ। ਔਰ ਇਹਦੇ ਵਿੱਚ ਨਾ ਕੁਝ ਰੈਂਡਮ ਉਹ ਟੈਸਟਿੰਗ ਵੀ ਕਰਦੇ ਆ ਜਦੋਂ ਤੁਸੀਂ ਉੱਥੇ ਲੈਂਡ ਕਰਦੇ ਹੋ। ਕੁਝ ਐਪਲੀਕੈਂਟਸ ਨੂੰ ਰੈਂਡਮਾਈਜ਼ਡ ਟੈਸਟ ਕਰਕੇ ਉਹਨਾਂ ਨੂੰ ਦੇ ਕੈਨ
ਹੈਵ ਅ ਪ੍ਰੋਵੀਜ਼ਨ ਕਿ ਇਹਨਾਂ ਨੂੰ ਕੁਆਰੰਟਾਈਨ ਕੀਤਾ ਜਾਵੇ ਫॉर 14 ਡੇਜ਼। ਇਹ ਸਾਰਿਆਂ ਲਈ ਨਹੀਂ ਹੈ, ਲੇਕਿਨ ਇੱਕ ਸੈਂਪਲ ਟੈਸਟਿੰਗ ਕਹਿੰਦੇ ਆ ਨਾ ਵੀ ਇੰਨੇ ਬੰਦੇ ਜਦੋਂ ਜਾ ਰਹੇ ਆ ਉਹਨਾਂ ਚੋਂ ਹਰ 10 ਬੰਦੇ 15 ਬੰਦੇ ਜਾਂ 20 ਬੰਦੇ ਬਾਅਦ ਇੱਕ ਨੂੰ ਚੈੱਕ ਕਰਨਾ ਔਰ ਫਿਰ ਉਹਦੀ ਰਿਪੋਰਟ ਨੂੰ ਰੀਟੈਸਟ ਕਰਨਾ ਆਫਟਰ 8 ਡੇਜ਼। ਸੋ ਤੁਹਾਡੇ ਕੋਲ ਇਫ ਯੂ ਆਰ ਸਿਲੈਕਟਡ ਇਨ ਦੈਟ ਰੈਂਡਮ ਟੈਸਟਿੰਗ ਤਾਂ ਤੁਹਾਡੇ ਕੋਲ ਆਪਣਾ ਕੁਆਰੰਟਾਈਨ ਪਲਾਨ ਵੀ ਇਨ ਹੈਂਡ ਹੋਣਾ ਚਾਹੀਦਾ ਹੈ ਕਿ ਇਨ ਕੇਸ ਆਈ ਨੀਡ ਟੂ ਬੀ ਕੁਆਰੰਟਾਈਨ ਤਾਂ ਮੈਂ ਕਿੱਥੇ ਰਹਿਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਪਲੈਨਿੰਗ ਦੇ ਨਾਲ ਹੀ ਹੋ ਸਕਦੀਆਂ, ਪ੍ਰੋਪਰ ਗਾਈਡੈਂਸ ਦੇ ਨਾਲ ਹੀ ਹੋ ਸਕਦੀਆਂ। ਸੋ ਸਰ ਬਹੁਤ ਸਾਰੀਆਂ ਗੱਲਾਂ ਤੁਸੀਂ ਸਮਝਾਤੀਆਂ, ਬਹੁਤ ਸਾਰੀਆਂ ਅਜੇ ਲੋਕਾਂ ਦੇ ਸਾਡੇ ਦਰਸ਼ਕਾਂ ਦੇ ਸਵਾਲ ਹੋਣਗੇ ਜਿਹੜੇ ਤੁਹਾਨੂੰ ਕਰਨਾ ਚਾਹੁੰਦੇ ਹੋਣਗੇ, ਤਾਂ WWICS ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੀ ਹੈਲਪ ਕਰ ਸਕਦੀ ਹੈ? WWICS ਜ਼ਿਆਦਾਤਰ ਲੋਕ ਜਾਣਦੇ ਆ 28 ਸਾਲਾਂ ਤੋਂ ਇਹ ਕੰਪਨੀ ਕੰਮ ਕਰ ਰਹੀ ਹੈ ਔਰ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਇਮੀਗ੍ਰੇਸ਼ਨ ਜਾਂ TRV ਟੈਂਪਰੇਰੀ ਰੈਜ਼ੀਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਸਪਾਊਸਲ ਕੇਸਿਸ, ਵਰਕ ਪਰਮਿਟਸ ਅਸੀਂ ਆਲਰੇਡੀ ਪ੍ਰੋਵਾਈਡ ਕਰ ਚੁੱਕੇ ਹਾਂ। ਸਾਡੇ ਜਿਹੜੇ ਲਾਇਰਸ ਨੇ, ਸਾਡੇ ਜਿਹੜੇ ਫੈਸਿਲਿਟੇਟਰਸ ਨੇ, ਸੋਲਿਸਿਟਰਸ ਨੇ, ਬੈਰਿਸਟਰਸ ਨੇ, ਉਹ ਕੈਨੇਡਾ 'ਚ ਬੈਠੇ ਆ, ਹੋਰ ਸਾਰੇ ਮੁਲਕਾਂ ਦੇ ਜਿੱਦਾਂ ਅਸੀਂ ਕੰਮ ਕਰਦੇ ਨੇ। ਵਿਜ਼ਟਰ ਵੀਜ਼ਾ ਦੇਖਣ ਨੂੰ ਬਹੁਤ ਸਿੰਪਲ ਕੇਸ ਲੱਗਦਾ ਹੈ, ਲੇਕਿਨ ਅਸਲੀਅਤ ਦੇ ਵਿੱਚ ਇਹ ਬੜੇ ਕੰਪਲਿਕੇਟਿਡ ਕੇਸਿਸ ਹੁੰਦੇ ਨੇ ਔਰ ਇਹਨੂੰ ਇੱਕ ਪ੍ਰੋਪਰ ਡਾਕੂਮੈਂਟੇਸ਼ਨ, ਇੱਕ ਬਹੁਤ ਐਕਸਪੀਰੀਅੰਸ ਹੈਂਡ ਚਾਹੀਦਾ ਹੈ ਹੈਂਡਲ ਕਰਨ ਦੇ ਲਈ। ਸਾਡੇ ਕੋਲ ਐਕਸਪਰਟਸ ਦੀ ਟੀਮ ਹੈ ਜਿਹੜੇ ਕਿ ਤੁਹਾਨੂੰ ਪ੍ਰੋਪਰ ਗਾਈਡ ਕਰਦੇ ਨੇ, ਪੇਪਰ ਵਰਕ ਕਿੱਦਾਂ ਦਾ ਹੋਣਾ ਚਾਹੀਦਾ ਹੈ, ਤੁਹਾਡੇ ਕੇਸ 'ਚ ਕੀ ਕਮਜ਼ੋਰੀਆਂ ਹੈ, ਉਹਨੂੰ ਕਿੱਦਾਂ ਸਟਰੈਂਥਨ ਕੀਤਾ ਜਾ ਸਕਦਾ ਹੈ ਕਿ ਤੁਹਾਡਾ ਸਕਸੈਸ ਰੇਟ ਅਸੀਂ ਇਨਕਰੀਜ਼ ਜਾਂ ਪ੍ਰੈਡਿਕਟੇਬਲ ਇੱਕ ਵੈਲਿਊ 'ਚ ਲਿਆ ਸਕੀਏ। ਸੋ ਯੂ ਕੈਨ ਰਿਲਾਈ ਔਨ WWICS। ਸਾਡੀਆਂ 12 ਬ੍ਰਾਂਚਸ ਓਵਰਸੀਜ਼ ਨੇ, 14 ਆਫਿਸਿਸ ਇੰਡੀਆ 'ਚ ਹੈ, ਹਰ ਮੇਜਰ ਸਿਟੀ 'ਚ ਸਾਡਾ ਆਫਿਸ, ਸਾਡੀ ਬ੍ਰਾਂਚ ਹੈਗੀ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫॉर ਐਨੀ ਆਫ ਯੂਰ ਇਮੀਗ੍ਰੇਸ਼ਨ ਨੀਡ, ਵੈਦਰ ਇਟ ਇਜ਼ ਵਿਜ਼ਿਟਰ, whether it is related to work permit or permanent residency, especially for Canada, Australia and US also. So WWICS team is there at every step to guide you, not only for getting a visa but for your settlement in Canada too. ਸੋ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਗੱਲਾਂ ਬਾਤਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। Thank you, thanks a lot. ਜੀ, तो WWICS ਤੋਂ ਵਾਈਸ ਪ੍ਰੈਜ਼ੀਡੈਂਟ ਨੇ ਦੀਪਕ ਨੂਰੀਆ ਜੀ ਗੱਲਬਾਤ ਕੀਤੀ, ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਵਿਜ਼ਿਟਰ ਵੀਜ਼ਾ ਦੇ ਲਈ ਕਿਸ ਤਰੀਕੇ ਦੀਆਂ ਪਾਬੰਦੀਆਂ ਨੇ, ਪਾਬੰਦੀਆਂ ਦੇ ਵਿੱਚ ਕਿੰਨੀ ਕੁ ਢਿੱਲ ਮਿਲੀ ਹੈ, ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਤੋਂ ਲੈਣ ਦੀ ਕੋਸ਼ਿਸ਼ ਕੀਤੀ। ਜੇ ਤੁਹਾਡੇ ਵੀ ਸਵਾਲ ਹੋਣ ਤਾਂ ਸਕਰੀਨ ਦੇ ਉੱਤੇ ਇਹਨਾਂ ਦੇ ਨੰਬਰ ਆ ਰਹੇ ਨੇ, ਤੁਸੀਂ ਉਹਨਾਂ ਨੂੰ ਕੰਟੈਕਟ ਕਰਕੇ ਆਪਣੇ ਜਿਹੜੇ ਸਵਾਲਾਂ ਦੇ ਜਵਾਬ ਉਹ ਜ਼ਰੂਰ ਲੈ ਸਕਦੇ ਹੋ। ਫਿਲਹਾਲ ਮੈਂ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ।